2017 ਵਾਰ ਇੱਕ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਤਕਰੀਬਨ 29,000 ਤੋਂ ਵਧੇਰੇ ਵੋਟਾਂ ਨਾਲ ਸੋਹਣ ਸਿੰਘ ਠੰਡਲ ਦੀ ਹਾਰ ਹੋਈ ਸੀ। ਇਕੱਲਾ ਮੈਂ ਹੀ ਨਹੀਂ ਹਾਰਿਆ, ਵੀ ਜਿਹੜਾ ਨਵਜੋਤ ਸਿੱਧੂ ਆ ਉਹ ਕੁਝ ਹੋਰ ਬੋਲੀ ਬੋਲਦਾ, ਔਰ ਚੰਨੀ ਜਿਹੜਾ ਆ ਉਹਨਾਂ ਦਾ ਜਿਹੜਾ ਜਲੂਸ ਹੀ ਨਿਕਲ ਗਿਆ। ਜੇ ਉਹ ਮੈਂ ਸਮਝਦਾ ਜਿਹੜੀ ਦਿੱਲੀ ਕੇਜਰੀਵਾਲ ਬਹੁਤ ਰੌਲਾ ਪਾਉਂਦਾ ਸੀ, ਅੱਜ ਉਹਦੀਆਂ ਗੱਲਾਂ ਵੀ ਸਾਹਮਣੇ ਆ ਗਈਆਂ। ਸਮੁੱਚਾ ਸਿੱਖ ਜਥਾ ਜਿਹੜਾ ਅੱਜ ਕੇਜਰੀਵਾਲ ਦੇ ਬਾਈਕਾਟ ਲਈ ਸੱਦਾ ਦੇ ਰਿਹਾ, ਕਿਉਂਕਿ ਉਹਨੇ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਜਿਹੜੀ ਫਾਈਲ ਸੀ ਉਹ ਦੱਬ ਕੇ ਬਹਿ ਗਿਆ ਕਿ ਹੁਣ ਪੰਜਾਬ ਵਿੱਚ 5 ਸਾਲ ਦੇ ਵਿੱਚ ਕਿ ਬੇਅਦਬੀਆਂ ਘੱਟ ਹੋਈਆਂ। ਚਾਹੇ ਕੱਲ੍ਹ ਮੰਦਰ ਦੀ ਘਟਨਾ ਹੋਈ ਆ, ਉਹ ਕੌਣ ਕਰਾ ਰਿਹਾ? ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬਿਆਨ ਆਇਆ। ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਦੀ ਜਿਹੜੀ ਸਿਫਾਰਿਸ਼ ਆ ਪਾਕਿਸਤਾਨ ਤੋਂ ਆਈ ਸੀ। ਇੱਕ ਉੱਥੋਂ ਦੀ ਜਰਨਲਿਸਟ ਜਿਹੜੀ ਆ ਕੈਪਟਨ ਦੇ ਘਰਾਂ ਵਿੱਚ ਰਹਿੰਦੀ ਰਹੀ ਆ, ਉਹਦਾ ਕੈਪਟਨ ਸਾਹਿਬ ਉਹਦਾ ਜਵਾਬ ਦੇਵੇ। ਔਰ ਸਿੱਧੂ ਜਾ ਕੇ ਉੱਥੇ ਜਾ ਕੇ ਜੱਫੀਆਂ ਪਾਉਂਦਾ ਸੀਗਾ, ਗੱਲਾਂ ਕਰਦਾ ਸੀਗਾ, ਉਹ ਉਹਦੇ ਲਈ ਜਵਾਬ ਦੇਵੇ। ਜਿਹੜਾ ਸਾਬਕਾ ਬਸਪਾ ਦਾ ਪ੍ਰਧਾਨ ਹੈ ਰਛਪਾਲ ਰਾਜੂ, ਕਿਸਾਨਾਂ ਦੀ ਪਾਰਟੀ ਵੱਲੋਂ ਚੋਣ ਲੜ ਰਿਹਾ। ਕਿਸ ਤਰ੍ਹਾਂ ਵੇਖਦੇ ਹੋ? ਕੋਈ ਬਸਪਾ ਦੇ ਕੇਡਰ ਨੂੰ ਜਾਂ ਸੋਹਣ ਸਿੰਘ ਠੰਡਲ ਦੀਆਂ ਵੋਟਾਂ ਨੂੰ ਕੋਈ ਖੋਰਾ ਲੱਗੇਗਾ ਇਸ ਨਾਲ? ਵਿਕਰਮ ਸਿੰਘ ਮਜੀਠੀਆਂ ਦੀ ਕੱਲ੍ਹ ਜ਼ਮਾਨਤ ਹਾਈ ਕੋਰਟ ਵੱਲੋਂ ਦੁਬਾਰਾ ਇੱਕ ਵਾਰ ਫਿਰ ਰੱਦ ਕਰ ਦਿੱਤੀ ਗਈ ਹੈ। ਲੱਗਦਾ ਨਹੀਂ ਕਿ ਅਕਾਲੀ ਦਲ ਦੀਆਂ ਜਿਹੜੀਆਂ ਮੁਸ਼ਕਲਾਂ ਹੈ, ਇੱਕ ਪਾਸੇ ਤਾਂ ਚੋਣਾਂ ਸਿਰ 'ਤੇ ਨੇ, ਦੂਜੇ ਪਾਸੇ ਇਸ ਤਰ੍ਹਾਂ ਦੇ ਜਿਹੜੇ ਵਰਤਾਰੇ ਵਾਪਰ ਰਹੇ ਨੇ, ਅਕਾਲੀ ਦਲ ਲਈ ਮੁਸੀਬਤਾਂ ਜਿਹੜੀਆਂ ਨਵੀਆਂ ਮੁਸੀਬਤਾਂ ਵੱਧ ਰਹੀਆਂ ਨੇ। ਸਵਾਗਤ ਹੈ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ। ਮੈਂ ਹਾਂ ਚੇਤਨ ਕਸ਼ਪ। ਆਉਣ ਵਾਲੀ 20 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਮੇਰੇ ਨਾਲ ਇਸ ਵਕਤ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਮੌਜੂਦ ਨੇ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਨਾਮ ਹੈ, ਵੱਡਾ ਕੱਦ ਹੈ ਸੋਹਣ ਸਿੰਘ ਠੰਡਲ ਦਾ। ਠੰਡਲ ਸਾਹਿਬ, ਸਭ ਤੋਂ ਪਹਿਲਾਂ ਤਾਂ ਰਿਐਕਸ਼ਨ ਜਾਣਨਾ ਚਾਹਾਂਗਾ। ਚੋਣ ਕਮਿਸ਼ਨ ਵੱਲੋਂ 6 ਦਿਨ ਦਾ ਸਮਾਂ ਜਿਹੜਾ ਹੋਰ ਦੇ ਦਿੱਤਾ ਗਿਆ, ਕਿੰਨਾ ਕਿਹਦਾ ਲਾਭ ਹੋਵੇਗਾ ਤੇ ਕਿਸ ਤਰ੍ਹਾਂ ਚੋਣ ਕਮਿਸ਼ਨ ਹੈ ਜਿਹੜੀ ਚੋਣ ਕੰਪੇਨ ਚੱਲ ਰਹੀ ਹੈ? ਦੇਖੋ, ਮੈਂ ਸਮਝਦਾ ਕਿ ਮੈਂ ਧੰਨਵਾਦ ਕਰਨਾ ਚਾਹੁੰਦਾ ਇਲੈਕਸ਼ਨ ਕਮਿਸ਼ਨ ਦਾ ਕਿ ਇੱਕ ਸਾਰੇ ਪੰਜਾਬ ਦੇ ਲੋਕਾਂ ਦੀ ਆਸਥਾ ਸੀ ਕਿ ਜਿਹੜੀਆਂ ਵੋਟਾਂ 14 ਫਰਵਰੀ ਨੂੰ ਰੱਖੀਆਂ, 16 ਫਰਵਰੀ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ, ਅਤੇ ਲੋਕ ਕਿਤੇ ਨਾ ਕਿਤੇ ਇੱਥੇ ਵੀ ਬਿਜ਼ੀ ਹੁੰਦੇ ਆ, ਅਖੰਡ ਪਾਠ ਆਰੰਭ ਕਰਦੇ ਆ, ਨਗਰ ਕੀਰਤਨ ਹੁੰਦੇ ਆ, ਔਰ ਬਨਾਸ ਕਾਂਸ਼ੀ ਵਿੱਚ ਵੀ ਸਾਡੀ ਸੰਗਤ ਬਹੁਤ ਜਾਂਦੀ ਆ। ਸੋ ਸਾਰਿਆਂ ਨੇ ਰਿਕੁਐਸਟ ਕੀਤੀ ਸੀ ਅਤੇ ਇਲੈਕਸ਼ਨ ਕਮਿਸ਼ਨ ਨੇ ਉਹ ਇੱਕ ਵੱਡਾ ਕੰਮ ਕੀਤਾ ਕਿ ਡੇਟ ਜਿਹੜੀ ਆ ਉਹ 20 ਕਰ ਦਿੱਤੀ ਆ। ਇਹਨਾਂ ਗੁਰੂ ਰਵਿਦਾਸ ਮਹਾਰਾਜ ਦੇ ਜਿਹੜੇ ਨਾਮ ਲੇਵਾ ਸੰਗਤ ਆ, ਉਹਨੂੰ ਇੱਕ ਵੱਡੀ ਰਾਹਤ ਮਿਲੀ ਆ। ਦੂਜੀ ਇਲੈਕਸ਼ਨ ਕੰਪੇਨ ਦੀ ਮੈਂ ਜੇ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਾਫੀ ਲੰਬੇ ਸਮੇਂ ਤੋਂ 2-2.5 ਮਹੀਨੇ ਤੋਂ ਲਗਾਤਾਰ ਜਿਹੜਾ ਆਪਣੇ ਪੰਜਾਬ ਦੇ ਵਿੱਚ ਲੱਗਿਆ ਹੋਇਆ। ਉਵੇਂ ਤਾਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੱਤਪਰ ਰਹਿੰਦਾ, ਸਾਡੀਆਂ ਗਤੀਵਿਧੀਆਂ ਕਦੇ ਬੰਦ ਨਹੀਂ ਹੁੰਦੀਆਂ। ਪਰ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਪਤਾ ਹੋਣਾ ਕਿ ਹਲਕਾ ਚੱਬੇਵਾਲ ਅਸੀਂ ਆਪਣੇ ਪਿੰਡਾਂ ਦੇ ਵਿੱਚ ਵੀ ਰੈਲੀਆਂ ਕਰ ਚੁੱਕੇ ਹਾਂ, ਔਰ ਸਾਡੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕੇ ਦੇ ਵਿੱਚ ਪੂਰਾ ਇੱਕ ਦਿਨ ਘੁੰਮ ਕੇ ਉਹਨਾਂ ਨੇ ਜਿਹੜੀਆਂ 5-6 ਜਗ੍ਹਾ ਦੇ ਉੱਪਰ ਚੋਣ ਰੈਲੀਆਂ ਕੀਤੀਆਂ, ਭਰਵੇਂ ਇਕੱਠ ਹੋਏ ਆ। ਅਤੇ ਅੱਜ ਹਰ ਇੱਕ ਏਰੀਏ ਸਰਕਲ ਦੇ ਵਿੱਚ ਅਸੀਂ ਆਪਣੇ ਜਿਹੜੇ ਆ ਗਰੁੱਪ ਬਣਾਏ ਆ, ਜਿਹਨਾਂ ਨੂੰ 10-10 ਪਿੰਡ ਜਿਹੜੇ ਦਿੱਤੇ ਹੈਗੇ ਆ, ਉਹ ਆਪ ਡੋਰ ਟੂ ਡੋਰ ਕੱਢ ਰਹੇ ਆ। ਅਤੇ ਲੋਕਾਂ ਦੇ ਵਿੱਚ ਬਹੁਤ ਬੜਾ ਉਤਸ਼ਾਹ ਆ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੀ ਜਿਹੜੇ ਆ ਉਹ ਬਹੁਤ ਲਾਮਬੰਦ ਹੋ ਕੇ ਘਰ ਘਰ ਜਿਹੜਾ ਆ ਪ੍ਰਚਾਰ ਕਰ ਰਹੇ ਆ। ਔਰ ਮੈਨੂੰ ਬਹੁਤ ਵੱਡੀ ਇਸ ਚੀਜ਼ ਦਾ ਮਾਣ ਆ ਕਿ ਸਾਰੇ ਵਰਕਰ ਅੱਜ ਆਪ ਸੋਹਣ ਸਿੰਘ ਠੰਡਲ ਬਣ ਕੇ ਹਲਕੇ ਦੇ ਵਿੱਚ ਘੁੰਮ ਰਹੇ ਆ। ਠੰਡਲ ਸਾਹਿਬ, 2017 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਗੱਲ ਕਰੀਏ ਤਾਂ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਹਲਕਾ ਚੱਬੇਵਾਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਸੀ। 2017 ਵਾਰ ਇੱਕ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਤਕਰੀਬਨ 29,000 ਤੋਂ ਵਧੇਰੇ ਵੋਟਾਂ ਨਾਲ ਸੋਹਣ ਸਿੰਘ ਠੰਡਲ ਦੀ ਹਾਰ ਹੋਈ ਸੀ। ਕੀ ਕਾਰਨ ਮੰਨਦੇ ਹੋ? ਉਹਦੇ ਪਿੱਛੇ ਕੀ ਕਾਰਨ ਰਹੇ ਸੀ? ਦੇਖੋ, ਉਹ ਜਿਹੜਾ 17 ਦਾ ਸਮਾਂ ਸੀ ਉਹ ਇਹੋ ਜਿਹਾ ਸੀਗਾ ਕਿ ਉਹ ਮੇਰੇ ਕਰਕੇ ਨਹੀਂ ਸੀ, ਮਤਲਬ ਮੇਰੇ ਖਿਲਾਫ ਕੋਈ ਰਿਜੈਂਟਮੈਂਟ ਆ। ਉਹ ਤਾਂ ਇਹ ਸੀ ਕਿ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਆ, ਉਹਨੇ ਬਹੁਤ ਵੱਡਾ ਜਿਹੜਾ ਝੂਠ ਦਾ ਸਹਾਰਾ ਲਿਆ ਸੀ, ਔਰ ਸਾਡੀ ਪਾਰਟੀ ਨੂੰ ਬਦਨਾਮ ਕਰਨ ਲਈ ਜਿੱਥੇ ਉਹਨਾਂ ਨੇ ਬੇਅਦਬੀ ਵਰਗੇ ਮਸਲੇ ਜਿਹੜੇ ਸਾਡੇ ਸਾਹਮਣੇ ਲੈ ਕੇ ਆਉਂਦੇ ਲੋਕਾਂ ਦੇ, ਔਰ ਉਹਦੇ ਨਾਲ ਨਾਲ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਗੱਲ ਕਰਤੀ, ਘਰ ਘਰ ਨੌਕਰੀ ਦੇਣ ਦੀ ਗੱਲ ਕਰਤੀ, ਅਤੇ ਬੇਰੁਜ਼ਗਾਰੀ ਭੱਤੇ ਦੇਣ ਦੀ, ਗਰੀਬਾਂ ਨੂੰ ਸਹੂਲਤਾਂ ਦੇਣ ਦੀ। ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਆ ਜਿੱਥੇ ਇਹ ਝੂਠ ਦਾ ਵੱਡਾ ਲੋਕਾਂ ਦੇ ਮਨਾਂ ਉੱਪਰ ਅਸਰ ਹੋ ਗਿਆ, ਉੱਥੇ ਜਿਹੜੇ ਸਾਡੇ ਅੰਦਰ ਦੇ ਭਰਾ ਸੀ ਉਹਨਾਂ ਨੇ ਵੀ ਬਹੁਤ ਵੱਡਾ ਜਿਹੜਾ ਚੋਣ ਪ੍ਰਚਾਰ ਕੀਤਾ, ਜਿਹੜਾ ਚਾਹੇ ਉਹ ਕੇਜਰੀਵਾਲ ਦੇ ਹੱਕ ਵਿੱਚ ਗਿਆ, ਚਾਹੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਗਿਆ। ਅਤੇ ਇਸ ਕਰਕੇ ਸਾਡੀ ਪਾਰਟੀ ਇਕੱਲਾ ਮੈਂ ਹੀ ਨਹੀਂ ਹਾਰਿਆ। ਪਹਿਲੀ ਵਾਰੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ 15 ਸੀਟਾਂ ਦੇ ਉੱਪਰ ਸਿਮਟ ਕੇ ਰਹਿ ਗਿਆ। ਸੋ ਜਿਹੜੀ ਹੁਣ ਲੋਕਾਂ ਨੂੰ ਉਹਨਾਂ ਗੱਲਾਂ ਦੀ ਸਾਰੀ ਜੋ ਗੱਲਾਂ ਪਿਕਚਰ ਸਾਹਮਣੇ ਆ ਗਈ ਹੈ, ਲੋਕ ਸਮਝ ਗਏ ਆ ਕਿ ਉਹ ਝੂਠ ਸੀ। ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਜਿਹੜੀ ਕੈਪਟਨ ਦੀ ਸਰਕਾਰ ਆ। ਇਹ ਸਾਡੇ ਕਹਿਣ ਦੀ ਗੱਲ ਨਹੀਂ, ਇਹ ਸਰਕਾਰ ਨੇ ਤਾਂ ਅੱਜ ਤੋਂ ਸਾਲ ਪਹਿਲਾਂ ਆਪਣਾ ਜਨਾਜ਼ਾ ਆਪੇ ਕੱਢ ਲਿਆ। ਜਦੋਂ ਉਹਨਾਂ ਦੇ MLA, ਜਦੋਂ ਮੰਤਰੀ ਜਿਹੜੇ ਆ ਉਹ ਇੱਕ ਤੋਂ ਦੂਸ਼ਣਬਾਜ਼ੀ ਲਾਉਣ ਲੱਗ ਪਏ। ਅਖੀਰ 6 ਮਹੀਨੇ ਜਦੋਜਹਿਦ ਤੋਂ ਬਾਅਦ ਮੁੱਖ ਮੰਤਰੀ ਬਦਲਿਆ, ਪਾਰਟੀ ਦਾ ਪ੍ਰਧਾਨ ਬਦਲਿਆ, ਬਦਲਣ ਤੋਂ ਬਾਅਦ ਵੀ
ਇਹ ਪਾਰਟੀ ਆ ਇੱਕ ਇਹਨਾਂ ਟਿਕ ਨਹੀਂ ਸਕੀ। ਅੱਜ ਵੀ ਜਿਹੜਾ ਨਵਜੋਤ ਸਿੱਧੂ ਆ ਉਹ ਕੁਝ ਹੋਰ ਬੋਲੀ ਬੋਲਦਾ, ਔਰ ਚੰਨੀ ਜਿਹੜਾ ਆ ਉਹ ਤਾਂ ਹੁਣ ਹੋਈ ਉਹਨਾਂ ਦਾ ਜਿਹੜਾ ਜਲੂਸ ਹੀ ਨਿਕਲ ਗਿਆ। ਜੇ ਉਹ ਮੈਂ ਸਮਝਦਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਕਰੋੜਾਂ ਰੁਪਈਏ ਵੱਡੇ ਵੱਡੇ ਜਿਹੜੇ ਹੋਰ ਪ੍ਰੋਪਰਟੀਆਂ ਦੇ ਕਾਗਜ਼ਾਤ ਗਹਿਣੇ ਬਰਾਮਦ ਹੋ ਰਹੇ ਆ, ਔਰ ਮੈਂ ਸਮਝਦਾ ਕਿ ਇਹ ਕਾਂਗਰਸ ਪਾਰਟੀ ਦਾ ਪਤਨ ਦਾ ਇੱਕ ਵੱਡਾ ਆ ਕਿ ਅੱਜ ਵੀ ਟਿਕਟਾਂ ਦੀ ਜਿਹੜੀ ਆ ਇਹਨਾਂ ਦੀ ਵੰਡ ਨਹੀਂ ਹੋ ਸਕੀ। ਅੱਜ ਨੋਮੀਨੇਸ਼ਨ ਸ਼ੁਰੂ ਹੋ ਗਈ, ਅੱਧੀਆਂ ਟਿਕਟਾਂ ਹਾਲੇ ਵੰਡ ਨਹੀਂ ਹੋਈਆਂ, ਲਿਸਟ ਫਾਈਨਲ ਨਹੀਂ ਹੋ ਰਹੀ। ਇਹੀ ਕਾਰਨ ਆ ਕਿ ਜੋ ਅਸੀਂ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਅੱਗੇ ਅਕਾਲ ਤਖਤ ਤੇ ਸ਼੍ਰੋਮਣੀ ਅਕਾਲੀ ਦਲ ਨੇ, ਇਹ ਉਹਦਾ ਅਸਰ ਵਾ ਕਿ ਜਿਹੜਾ ਅਕਾਲੀ ਦਲ ਵਾ ਉਹ ਬੁਰੀ ਤਰ੍ਹਾਂ ਜਿਹੜਾ ਆਪਣੀ ਕਾਂਗਰਸ ਪਾਰਟੀ ਆ ਉਹ ਬੁਰੀ ਤਰ੍ਹਾਂ ਨਾਲ ਪਿੱਟ ਰਹੀ ਆ। ਅਕਾਲੀ ਦਲ ਜਿਹੜਾ ਮਜ਼ਬੂਤ ਹੋਇਆ, ਔਰ ਉਹਦੇ ਨਾਲ ਐਨ ਟਾਈਮ ਦੇ ਉੱਪਰ ਆ ਕੇ ਜਿਹੜੀ ਦਿੱਲੀ ਕੇਜਰੀਵਾਲ ਬਹੁਤ ਰੌਲਾ ਪਾਉਂਦਾ ਸੀ, ਅੱਜ ਉਹਦੀਆਂ ਗੱਲਾਂ ਵੀ ਸਾਹਮਣੇ ਆ ਗਈਆਂ। ਸਮੁੱਚਾ ਸਿੱਖ ਜਗਤ ਸੀ ਜਿਹੜਾ ਅੱਜ ਕੇਜਰੀਵਾਲ ਦੇ ਬਾਈਕਾਟ ਲਈ ਸੱਦਾ ਦੇ ਰਿਹਾ, ਕਿਉਂਕਿ ਉਹਨੇ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਜਿਹੜੀ ਫਾਈਲ ਸੀ ਉਹ ਦੱਬ ਕੇ ਬਹਿ ਗਿਆ। ਵੋਟਾਂ ਪੰਜਾਬੀਆਂ ਦੀਆਂ ਮੰਗਦਾ ਅਤੇ ਸਾਡੇ ਬੰਦਿਆਂ ਨੂੰ ਰਿਹਾ ਕਰਨ ਲਈ ਫਾਈਲ ਕਹਿੰਦਾ ਕਿ ਹਿੰਦੂ ਵੋਟਾਂ ਨਾਰਾਜ਼ ਹੋ ਜਾਊਗੀ। ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜੋ ਅੱਜ ਜਿਹੜੇ ਵਾਤਾਵਰਨ ਸਾਹਮਣੇ ਆ ਗਿਆ ਉਹਦਾ ਇਹ ਜਿਹੜੀ ਮੌਜੂਦਾ ਸਰਕਾਰ ਵਾ ਇਹਦਾ ਪਤਨ ਅਤੇ ਜਿਹੜਾ ਆਮ ਆਦਮੀ ਪਾਰਟੀ ਆ ਉਹਦਾ ਪਤਨ ਯਕੀਨੀ ਆ। ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਦੋ ਪਾਰਟੀਆਂ ਇਕੱਠੀਆਂ ਹੋਈਆਂ, ਵੱਡੀ ਮਾਰਜਨ ਨਾਲ ਜਿਹੜੀ ਸਰਕਾਰ ਇਹ ਪੰਜਾਬ 'ਚ ਬਣਾਉਣ ਜਾ ਰਹੇ ਆ। ਠੰਡਲ ਸਾਹਿਬ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ, ਤੁਸੀਂ ਵੀ ਹੋ, ਲਗਾਤਾਰ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹੋ, ਪਰ 2017 ਦੇ ਵਿੱਚ ਦੋ ਅਹਿਮ ਮੁੱਦੇ ਰਹੇ ਸੀ, ਇੱਕ ਬੇਅਦਬੀ ਦਾ ਅਤੇ ਨਸ਼ਿਆਂ ਦਾ। ਕਿਤੇ ਨਾ ਕਿਤੇ ਅਜੇ ਵੀ ਅਕਾਲੀ ਦਲ ਨੂੰ ਖੋਰਾ ਲੱਗ ਰਿਹਾ। ਸੋਸ਼ਲ ਮੀਡੀਆ 'ਤੇ ਆਪਾਂ ਵੇਖ ਰਹੇ ਹਾਂ, ਪਰ ਅਜੇ ਵੀ ਲੋਕ ਕਿਤੇ ਨਾ ਕਿਤੇ ਅਕਾਲੀ ਦਲ ਪ੍ਰਤੀ ਰੋਸ ਹੈ ਲੋਕਾਂ ਦੇ ਵਿੱਚ ਬੇਅਦਬੀ ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ। ਕੀ ਅਜਿਹੇ ਵਿੱਚ ਸਰਕਾਰ ਬਣਾਉਣਾ ਸੰਭਵ ਹੋ ਪਾਏਗਾ? ਦੇਖੋ, ਉਹ ਇਹ ਗੱਲ ਉਹੀ ਆ ਕਿ ਜਿਵੇਂ ਸਾਨੂੰ ਬਦਨਾਮ ਕਰਨ ਲਈ ਉਸ ਵੇਲੇ ਬੇਅਦਬੀ ਦੀ ਗੱਲ ਸਾਡੇ 'ਤੇ ਥੋਪੀ ਸੀ। ਹੁਣ ਕੀ ਕਾਰਨ ਆ ਕਿ 5 ਸਾਲ ਬੀਤ ਗਏ, ਅਸੀਂ ਤਾਂ ਸਰਕਾਰ 'ਚ ਨਹੀਂ, ਅਸੀਂ ਤਾਂ ਲਾਂਭੇ ਸੀ। ਜੇ ਅਸੀਂ ਕੀਤੀ ਸੀ ਤਾਂ ਸਾਨੂੰ ਕੌਣ ਮਾਫ ਕਰਦਾ? ਕਿਉਂ ਨਹੀਂ ਅੱਜ ਤੱਕ ਉਹ ਸਾਹਮਣੇ ਲੈ ਕੇ ਆਉਂਦੀ? ਜੇ ਅਕਾਲੀ ਦਲ ਦੇ ਕਿਸੇ ਬੰਦੇ ਨੇ ਵੀ ਕੀਤੀ ਸੀ ਤਾਂ ਉਹ ਗੱਲ ਸਾਹਮਣੇ ਆ ਜਾਣੀ ਚਾਹੀਦੀ ਸੀ। ਦੂਜੀ ਗੱਲ ਜਿਹੜੀ ਆ ਰਹਿ ਗਈ ਕਿ ਹੁਣ ਪੰਜਾਬ ਵਿੱਚ 5 ਸਾਲ ਦੇ ਵਿੱਚ ਕਿ ਬੇਅਦਬੀਆਂ ਘੱਟ ਹੋਈਆਂ। ਪਿਛਲੇ 2-3 ਮਹੀਨਿਆਂ ਦੇ ਬਾਅਦ ਜਿੱਦਾਂ ਆਪਣੇ ਫਤਿਹਗੜ੍ਹ ਸਾਹਿਬ ਦੇ ਵਿੱਚ 2 ਗੁਰਦੁਆਰਿਆਂ ਵਿੱਚ ਬੇਅਦਬੀ ਹੋਈ, ਬੰਦੇ ਫੜੇ ਵੀ ਗਏ। ਕੀ ਕੀਤਾ ਸਰਕਾਰ ਨੇ? ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਦੀ ਘਟਨਾ, ਗੁਟਕਾ ਸਾਹਿਬ ਜਿਸ ਬੰਦੇ ਨੇ ਪਾੜ ਕੇ ਸੁੱਟਿਆ ਸੀ ਉਹ ਫੜਿਆ ਗਿਆ, ਉਹ ਬੰਦੇ ਨੂੰ ਜੇਲ੍ਹ ਤਾਂ ਭੇਜਤਾ, ਕੋਈ ਪੁੱਛਗਿੱਛ ਨਹੀਂ ਕੀਤੀ। ਜਿਹੜਾ ਉਹ ਤੋਂ ਬਾਅਦ ਗਿਆ ਉਹ ਮਾਰਿਆ ਗਿਆ, ਉਹਦਾ ਦੂਏ ਦਿਨ ਸੰਸਕਾਰ ਕਰਤਾ, ਉਹਦਾ ਕੋਈ ਪੁੱਛ ਪੜਤਾਲ ਨਹੀਂ ਕੀਤੀ। ਤਾਂ ਸਰਕਾਰ ਕਿਤੇ ਨਾ ਕਿਤੇ ਹੁਣ ਪੂਰੀ ਤਰ੍ਹਾਂ ਘਿਰੀ ਹੋਈ ਆ। ਹੁਣ ਸ਼੍ਰੋਮਣੀ ਅਕਾਲੀ ਦਲ ਜਵਾਬਦੇਹ ਨਹੀਂ, ਹੁਣ ਕਾਂਗਰਸ ਜਵਾਬਦੇਹ ਆ। ਉਹ ਦਵੇ ਜਵਾਬ ਇਹਨਾਂ ਗੱਲਾਂ ਦਾ ਕਿ ਜਿਹੜੀਆਂ ਹੁਣ ਬੇਅਦਬੀਆਂ ਹੋ ਰਹੀਆਂ, ਚਾਹੇ ਕੱਲ੍ਹ ਮੰਦਰ ਦੀ ਘਟਨਾ ਹੋਈ ਆ, ਉਹ ਕੌਣ ਕਰਾ ਰਿਹਾ? ਮੈਂ ਉਹੀ ਮੁੱਦੇ 'ਤੇ ਆ ਰਿਹਾ। ਤੁਸੀਂ ਜੇਲ੍ਹ ਮੰਤਰੀ ਰਹੇ ਹੋ, ਇਹ ਵੱਡਾ ਅਕਸ ਤੁਸੀਂ ਪੰਜਾਬ ਦਾ ਵੇਖਿਆ। ਕੱਲ੍ਹ ਹਾਲ ਹੀ ਵਿੱਚ ਪਟਿਆਲਾ ਦੇ ਵਿੱਚ ਕਾਲੀ ਮਾਤਾ ਦੇ ਮੰਦਿਰ 'ਚ ਬੇਅਦਬੀ ਦੀ ਘਟਨਾ ਵਾਪਰੀ ਹੈ। ਸੋਹਣ ਸਿੰਘ ਠੰਡਲ ਕੀ ਸੋਚਦੇ ਨੇ? ਕੌਣ ਹੈ? ਕਿਸ ਏਜੰਸੀ ਦਾ ਹੱਥ ਹੋ ਸਕਦਾ ਇਹਦੇ ਵਿੱਚ ਕਿਸੇ ਦਾ? ਦੇਖੋ, ਮੈਂ ਸਮਝਦਾ ਕਿ ਉਹ ਤਾਕਤਾਂ ਨੇ ਜਿਹੜੀਆਂ ਤਾਕਤਾਂ ਪਹਿਲਾਂ ਵੀ ਸਾਨੂੰ ਸਰਕਾਰ ਤੋਂ ਲਾਂਭੇ ਕਰਨ ਲਈ ਕੰਮ ਕਰਦੀਆਂ ਸੀਆਂ, ਅੱਜ ਉਹ ਸਾਡੀ ਵੱਧਦੀ ਤਾਕਤ ਨੂੰ ਖਤਮ ਕਰਨ ਲਈ ਉਹ ਇੱਦਾਂ ਦੀਆਂ ਗੱਲਾਂ ਕਰਦੀਆਂ। ਪਰ ਇਹ ਹੁਣ ਜਵਾਬਦੇਹ ਅਕਾਲੀ ਦਲ ਨਹੀਂ, ਜਵਾਬਦੇਹ ਕਾਂਗਰਸ ਦੀ ਮੌਜੂਦਾ ਸਰਕਾਰ ਵਾ, ਚੰਨੀ ਆ, ਜਾਂ ਜਿਹੜੇ ਹੋਰ ਸਿੱਧੂ ਵਰਗੇ ਬੰਦੇ ਜਿਹੜੇ ਬਹੁਤੀਆਂ ਗੱਲਾਂ ਕਰਦੇ ਸੀ, ਉਸ ਗੱਲ ਇਹ ਜਵਾਬਦੇਹ ਆ। ਅੱਜ ਚੰਨੀ ਇਸ ਗੱਲ ਦਾ ਕੀ ਜਵਾਬ ਦਊਗਾ ਜਿਹੜਾ ਚਟਪੋਧਿਆਂ ਦੇ ਨਾਲ ਉਹਨਾਂ ਡਰੱਗ ਵਾਲਿਆਂ ਦੇ ਜਿਹੜੇ ਗੱਲਾਂ ਪਿਕਚਰਾਂ ਸਾਹਮਣੇ ਆ ਗਈਆਂ? ਔਰ ਕੀ ਇਹਨਾਂ ਕੋਲ ਕਿਹੜੇ ਰੂਲ ਨਹੀਂ ਅਪਣਾਏ ਆ ਕਿ 5-5 DGP ਬਦਲੇ ਗਏ ਆ ਇੱਕ ਮਹੀਨੇ ਦੇ ਅੰਦਰ? ਇਹ ਬੁਰੀ ਤਰ੍ਹਾਂ ਘਿਰ ਗਏ ਆ। ਅੱਜ ਬਹੁਤ ਸਾਰੀਆਂ ਪਰਤਾਂ ਖੁੱਲ੍ਹ ਰਹੀਆਂ ਔਰ ਲੋਕ ਜਵਾਬ ਮੰਗਦੇ ਆ ਕਿ ਚੰਨੀ ਸਾਹਿਬ ਜਿਹੜਾ ਇੰਨਾ ਪੈਸਾ ਆਇਆ, ਇਹ ਪੈਸਾ ਕਿੱਥੋਂ ਆਇਆ? ਉਹਦਾ ਪਹਿਲਾਂ ਤਾਂ ਹਿਸਾਬ ਦਿਓ। ਜੇ ਇੰਨਾ ਕੁਝ ਹੋਇਆ ਤਾਂ ਜਿਹੜੀ ਸੈਂਟਰ ਦੀ ਇਹਨਾਂ ਦੀ ਹਾਈ ਕਮਾਂਡ ਵਾ ਉਹ ਕਿਉਂ ਚੁੱਪ ਆ? ਉਹ ਕਿਉਂ ਨਹੀਂ ਇਸ ਚੀਜ਼ ਨੂੰ ਇਹਨਾਂ ਨੂੰ ਪੁੱਛਦੇ, ਚੰਨੀ ਨੂੰ ਜਾਂ ਆਪਣੀ ਕਾਂਗਰਸ ਨੂੰ, ਇਹ ਕੀ ਹੋ ਰਿਹਾ? ਨੰਬਰ 3, ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਕਿ ਮੈਂ ਪਹਿਲਾਂ ਤਾਂ ਰੌਲਾ ਪਾ ਰਿਹਾ ਕਿ ਚੰਨੀ ਵੀ ਇਹਦੇ ਹੋਰ ਕਈ ਮੰਤਰੀ ਜਿਹੜੇ ਆ ਉਹ ਮਾਈਨਿੰਗ ਦਾ ਧੰਦਾ ਕਰਦੇ ਆ, ਹੋਰ ਧੰਦਾ ਵੀ ਕਰਦੇ ਆ, ਇਹ ਸਾਰਾ ਇਹ ਕੰਮ ਚਲਾਉਂਦੇ ਆ। ਕਹਿੰਦਾ ਮੈਂ ਤਾਂ ਆਪਣੀ ਹਾਈ ਕਮਾਂਡ ਨੂੰ ਕਿਹਾ ਸੀ। ਸੋ ਇਹ ਗੱਲਾਂ ਜੇ ਕਾਂਗਰਸ ਹੀ ਕਹਿ ਰਹੀ ਆ, ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਕਹਿ ਰਿਹਾ, ਅਤੇ ਫਿਰ ਲੋਕਾਂ ਦੇ ਕੋਲੋਂ ਜਵਾਬ ਕਿਉਂ ਮੰਗਦੇ ਆ? ਸਾਤੋਂ ਜਵਾਬ ਕਿਉਂ ਮੰਗਦੇ ਆ? ਇਸ ਕਰਕੇ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ। ਮੈਂ ਇਸੇ ਕਰਕੇ ਕਹਿੰਦਾ ਕਿ ਲੋਕਾਂ ਨੂੰ ਅਸਲੀਅਤ ਸਾਹਮਣੇ ਆ ਗਈ ਆ। ਲੋਕ ਅੱਜ ਪੰਜਾਬੀ ਸਮਝਦੇ ਕਿ ਪੰਜਾਬ ਦੀ ਬਿਹਤਰੀ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ। ਬੀਤੇ ਦਿਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬਿਆਨ ਆਇਆ। ਕਹਿੰਦਾ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਦੀ ਜਿਹੜੀ ਸਿਫਾਰਿਸ਼ ਆ ਪਾਕਿਸਤਾਨ ਤੋਂ ਆਈ ਸੀ। ਅੱਜ ਉਹੀ ਖੁਲਾਸਾ ਕਰ ਰਹੇ ਨੇ, ਉਸ ਟਾਈਮ ਉਹਨਾਂ ਵੱਲੋਂ ਮੰਤਰੀ ਉਹਨੂੰ ਬਣਾਇਆ ਗਿਆ ਸੀ। ਕਿਤੇ ਨਾ ਕਿਤੇ ਆਪ ਵੀ ਘਿਰਦੇ ਨਜ਼ਰ ਆ ਰਹੇ ਨੇ ਹੁਣ ਜਿਹੜਾ ਪਾਕਿਸਤਾਨ ਨੂੰ ਲੈ ਕੇ ਉਹਨਾਂ ਵੱਲੋਂ ਬਿਆਨ ਦਿੱਤਾ ਜਾ ਰਿਹਾ। ਦੇਖੋ, ਇਹ ਤਾਂ ਕਾਂਗਰਸ ਜਿਹੜੀ ਆ, ਜੇ ਅਸਲ ਪੁੱਛੋ ਪਿਛਲਾ ਜਦ ਦਾ ਮੈਂ ਦੇਖ ਰਿਹਾ ਕਿ ਕਾਂਗਰਸ ਬੁਰੀ ਤਰ੍ਹਾਂ ਦੇ ਨਾਲ ਇਹਨਾਂ ਗੱਲਾਂ ਦੇ ਵਿੱਚ ਜਿਹੜੀ ਆ ਫਸੀ ਹੋਈ ਆ। ਅੱਜ ਇਹਨਾਂ ਕੋਲ ਅੱਜ ਤੱਕ ਦਰਬਾਰ ਸਾਹਿਬ ਦੇ ਹਮਲੇ ਦਾ ਜਿਹੜਾ ਆ ਉਹ ਇਹ ਗੱਲ ਨਹੀਂ ਕਰ ਸਕੇ। ਇੰਦਰਾ ਗਾਂਧੀ ਨੇ ਸਿੱਖ ਕਮਿਊਨਿਟੀ ਨੂੰ ਖਤਮ ਕਰਨ ਲਈ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਟੈਂਕ ਤੋਪਾਂ। ਇਹ ਪਹਿਲਾ ਵਾਕਿਆ ਹੈ ਕਿ ਕਿਸੇ ਦੇਸ਼ ਦੀ
ਸਰਕਾਰ ਆਪਣੀ ਮਿਲਟਰੀ ਜਿਹੜੀ ਆ ਕਿਸੇ ਧਾਰਮਿਕ ਸਥਾਨ ਦੇ ਉੱਪਰ ਚਾੜੇ। ਔਰ ਦਿੱਲੀ ਦੇ ਕਤਲੇਆਮ ਦੀ ਜਿਹੜੀਆਂ ਗੱਲਾਂ ਹੋਈਆਂ ਉਹ ਅੱਜ ਤੱਕ ਉਹਦਾ ਇਹ ਧੋਤਾ ਨਹੀਂ ਧੋ ਨਹੀਂ ਹੋਇਆ। ਅੱਜ ਵੀ ਜਿਹੜੀਆਂ ਗੱਲਾਂ ਚਾਹੇ ਕੈਪਟਨ ਇਹਨਾਂ ਦੀ ਪਾਕਿਸਤਾਨ ਵਾਲੇ ਹੁਣ ਗੱਲ ਕਰਦਾ ਕਿ ਉੱਧਰੋਂ ਮੈਨੂੰ ਆਇਆ, ਇਹਦਾ ਮਤਲਬ ਆ ਜੇ ਕੈਪਟਨ ਸਾਹਿਬ ਨੂੰ ਟੈਲੀਫੋਨ ਆਉਂਦੇ ਸੀ ਤਾਂ ਕਿਤੇ ਨਾ ਕਿਤੇ ਵਿੱਚ ਕੋਈ ਇਹਦਾ ਵੀ ਲਿੰਕ ਸੀਗਾ ਜਿਹੜਾ ਇਹਨੂੰ ਟੈਲੀਫੋਨ ਸਿਫਾਰਸ਼ਾਂ ਕਰਾਉਂਦਾ ਸੀ। ਇਸ ਗੱਲ ਦਾ ਕੈਪਟਨ ਸਾਹਿਬ ਜਵਾਬ ਦੇਣ। ਔਰ ਜੇ ਉਹ ਜਿਹੜੇ ਲੋਕਾਂ ਦੇ ਵਿੱਚ ਚਰਚਾ ਸੀ ਕਿ ਜਿਹੜੇ ਇੱਕ ਉੱਥੋਂ ਦੀ ਜਰਨਲਿਸਟ ਜਿਹੜੀ ਆ ਕੈਪਟਨ ਦੇ ਘਰਾਂ ਵਿੱਚ ਰਹਿੰਦੀ ਰਹੀ ਆ, ਉਹਦਾ ਕੈਪਟਨ ਸਾਹਿਬ ਉਹਦਾ ਜਵਾਬ ਦੇਵੇ। ਔਰ ਸਿੱਧੂ ਜਾ ਕੇ ਉੱਥੇ ਜਾ ਕੇ ਜੱਫੀਆਂ ਪਾਉਂਦਾ ਸੀਗਾ, ਗੱਲਾਂ ਕਰਦਾ ਸੀਗਾ, ਉਹ ਉਹਦੇ ਲਈ ਜਵਾਬ ਦੇਵੇ। ਅਤੇ ਹੋ ਸਕਦਾ ਟੈਲੀਫੋਨ ਆਇਆ ਹੋਵੇ। ਹੁਣ ਐਡਾ ਜ਼ਿੰਮੇਵਾਰੀ ਵਾਲਾ ਬੰਦਾ ਝੂਠ ਤਾਂ ਬੋਲ ਨਹੀਂ ਸਕਦਾ। ਇਹਦਾ ਮਤਲਬ ਇਹ ਆ ਕਿ ਇਹ ਆਪਣੀ ਕੁਰਸੀਆਂ ਦੇ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਆ। ਆਪਣੇ ਜਿਹੜੇ ਦੁਸ਼ਮਣ ਦੇਸ਼ ਹੈਗੇ ਆ ਉਹਨਾਂ ਕੋਲੋਂ ਵੀ ਇਹ ਟੈਲੀਫੋਨ ਕਰਾ ਸਕਦੇ, ਮਦਦਾਂ ਲੈ ਸਕਦੇ ਆ। ਹੋਰ ਠੰਡਾ ਸਾਹਿਬ, ਇੱਕ ਵੱਡਾ ਸਵਾਲ ਇੱਥੇ ਪੈਦਾ ਹੁੰਦਾ ਹੈ, ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਬਿਆਨ ਦਿੱਤਾ ਗਿਆ ਹੈ ਉਹਦੇ ਲਈ ਹੁਣ ਮੋਦੀ ਸਾਹਿਬ ਵੀ ਜਵਾਬਦੇਹ ਬਣਨਾ ਚਾਹੀਦਾ, ਭਾਜਪਾ ਸਰਕਾਰ ਨੂੰ ਵੀ ਜਵਾਬਦੇਹ ਹੋਣਾ ਚਾਹੀਦਾ, ਕਿਉਂਕਿ ਹੁਣ ਗੱਠਜੋੜ ਉਹਨਾਂ ਦੇ ਨਾਲ ਚੱਲ ਰਿਹਾ। ਅਕਸਰ ਆਪਾਂ ਵੇਖਦੇ ਹਾਂ ਜਦੋਂ ਵੀ ਕੋਈ ਪਾਕਿਸਤਾਨ ਦੇ ਨਾਲ ਦੁਸ਼ਮਣ ਦੇਸ਼ ਕਿਹਾ ਜਾਂਦਾ, ਕੋਈ ਘਟਨਾ ਵਾਪਰਦੀ ਹੈ ਤਾਂ ਭਾਜਪਾ ਸਭ ਤੋਂ ਵੱਧ ਰੌਲਾ ਪਾਉਂਦਾ ਹੈ। ਅਤੇ ਹੁਣ ਕੀ ਭਾਜਪਾ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਤੁਹਾਡੇ ਮੁਤਾਬਿਕ? ਤੁਸੀਂ ਕੀ ਸੋਚ ਰੱਖਦੇ ਹੋ? ਦੇਖੋ, ਭਾਜਪਾ ਦੇ ਇਸ ਕਰਕੇ ਚੁੱਪ ਆ ਕਿ ਮੋਦੀ ਆਪ ਖੁਦ ਜਾ ਕੇ ਉੱਥੇ ਬਗੈਰ ਦੱਸੇ ਪ੍ਰੋਗਰਾਮ 'ਤੇ ਜਾ ਕੇ ਉਤਰ ਗਿਆ ਸੀ, ਜਾ ਕੇ ਉੱਥੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ, ਦਾਵਤ ਖਾ ਕੇ ਆਇਆ। ਇਸ ਕਰਕੇ ਮੋਦੀ ਵੀ ਇਸ ਚੀਜ਼ ਦੇ ਜਵਾਬਦੇਹ ਬਣਦਾ। ਉਹਦਾ ਕੋਈ ਦੇਸ਼ ਦੇ ਕਿਸੇ ਵੀ ਮਹਿਕਮੇ ਜਾਂ ਸਰਕਾਰ ਦਾ ਉਸ ਵੇਲੇ ਨਹੀਂ ਸੀ ਪਤਾ ਕਿ ਮੋਦੀ ਸਾਹਿਬ ਨੇ ਪਾਕਿਸਤਾਨ ਦੇ ਵਿੱਚ ਜਾਣਾ। ਔਰ ਉਹ ਇਸ ਕਰਕੇ ਵੀ ਚੁੱਪ ਆ ਕਿ ਅੱਜ ਬੀਜੇਪੀ ਜਿਹੜੀ ਆ ਹਿੰਦੁਸਤਾਨ ਦੇ ਵਿੱਚ ਖਿਸਕ ਚੁੱਕੀ ਆ। ਪੰਜਾਬ ਦੇ ਵਿੱਚ ਕੈਪਟਨ ਰਾਹੀਂ ਜਾਂ ਹੋਰ ਜਿਹੜੇ ਬੰਦੇ ਆ, ਚਾਹੇ ਜਿਹੜਾ ਇਹਨਾਂ ਦੀ ਤਿੱਕੜੀ ਬਣੀ ਆ, ਉਹਦੇ ਰਾਹੀਂ ਆਪਣਾ ਪੈਰ ਅਜਮਾਉਣਾ ਚਾਹੁੰਦੇ ਆ। ਕਿਉਂਕਿ ਕਿਸਾਨ ਅੰਦੋਲਨ ਨੇ ਇਕੱਲੇ ਪੰਜਾਬ ਵਿੱਚ ਨਹੀਂ, ਯੂਪੀ ਵਿੱਚ ਹੋਰ ਸੂਬਿਆਂ ਦੇ ਵਿੱਚ ਵੀ ਬੀਜੇਪੀ ਨੂੰ ਜਿਹੜਾ ਆ ਉਹ ਹਿਲਾ ਕੇ ਰੱਖ ਦਿੱਤਾ ਸੀ। ਆਪਣੀ ਡਿੱਗਦੀ ਸ਼ਾਖ ਨੂੰ ਬਚਾਉਣ ਵਾਸਤੇ ਬੀਜੇਪੀ ਕਿਸੇ ਹੱਦ ਤੱਕ ਵੀ ਗੁਜ਼ਰ ਸਕਦੀ ਆ। ਔਰ ਸਾਡੇ ਅੱਖਾਂ ਦੇ ਸਾਹਮਣੇ ਆ ਕਿ ਇਹ ਸਾਰੇ ਲੋਕ ਜਿਹੜੇ ਆ, ਕੈਪਟਨ ਅਮਰਿੰਦਰ ਸਿੰਘ ਹੋਇਆ, ਢੀਂਡਸਾ ਹੋਇਆ, ਢੀਂਡਸੇ ਨੇ ਜਾ ਕੇ ਅੱਜ ਬੀਜੇਪੀ ਨੇ ਭਾਵੇਂ ਹੁਣ ਸਾਂਝ ਪਾਈ ਆ, ਪਰ ਸਾਨੂੰ ਪਹਿਲੇ ਦਿਨ ਤੋਂ ਪਤਾ ਸੀ ਕਿ ਜਦੋਂ ਜਿਹੜਾ ਢੀਂਡਸਾ ਐਡੇ ਵੱਡੇ ਅਹੁਦਿਆਂ 'ਤੇ ਬੈਠਾ ਸਾਨੂੰ ਅਲਵਿਦਾ ਕਹਿ ਕੇ ਗਿਆ ਉੱਧਰ ਨੂੰ, ਇਹ ਉਸ ਵੇਲੇ ਵੀ ਬੀਜੇਪੀ ਦੇ ਵਿੱਚ ਦਿੱਲੀ ਦੇ ਵਿੱਚ ਇਹਦੇ ਤਾਰਾਂ ਜਿਹੜੀਆਂ ਉਹ ਜੁੜੀ ਹੋਈ ਸੀ ਬੀਜੇਪੀ ਦੇ ਨਾਲ, ਉਹਦਾ ਰਿਜ਼ਲਟ ਅੱਜ ਸਾਹਮਣੇ ਆ ਰਿਹਾ। ਸੋ ਇਹ ਸਾਰੇ ਇੱਕੋ ਜਗ੍ਹਾ ਇਕੱਠੇ ਰਲੇ ਮਿਲੇ ਆ, ਚਾਹੇ ਬੀਜੇਪੀ ਆ ਚਾਹੇ ਕੈਪਟਨ ਵਾ, ਇਹ ਸਾਰੇ ਇੱਕੋ ਗੱਲ ਦੇ ਮਗਰ ਹੁਣ ਪਏ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਉਹ ਸਰਕਾਰ ਬਣਾਉਣ ਜਾ ਰਹੀ ਆ ਉਹਨੂੰ ਸੰਨ ਲਾਈ ਜਾ ਸਕੇ, ਉਹਨੂੰ ਡਾਊਨ ਕੀਤਾ ਜਾ ਸਕੇ। ਪਰ ਲੋਕ ਅੱਜ ਬੜੇ ਸਿਆਣੇ ਆ। ਮੈਂ ਪਿੰਡਾਂ ਵਿੱਚ ਜਾਂਦਾ, ਲੋਕ ਅੱਜ ਓਪਨਲੀ ਗੱਲ ਕਹਿੰਦੇ ਆ ਕਿ ਜੋ ਕੰਮ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਨੇ ਕੀਤੇ ਆ ਉਹ ਬਾਕੀ ਸਰਕਾਰਾਂ ਨਹੀਂ ਕਰ ਸਕੀਆਂ, ਅਤੇ ਮੁੜ ਕੇ ਚਾਹੁੰਦਾ ਹੈ ਪੰਜਾਬ ਅਕਾਲੀ ਦਲ ਦੀ ਸਰਕਾਰ। ਠੰਡਾ ਸਾਹਿਬ, ਇੱਕ ਪਾਸੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ, ਦੂਜੇ ਪਾਸੇ ਸੋਹਣ ਸਿੰਘ ਠੰਡਲ ਦੇ ਖਿਲਾਫ ਹੀ ਹੈ ਜਿਹੜਾ ਸਾਬਕਾ ਬਸਪਾ ਦਾ ਪ੍ਰਧਾਨ ਹੈ ਰਛਪਾਲ ਰਾਜੂ, ਕਿਸਾਨਾਂ ਦੀ ਪਾਰਟੀ ਵੱਲੋਂ ਚੋਣ ਲੜ ਰਿਹਾ। ਕਿਸ ਤਰ੍ਹਾਂ ਵੇਖਦੇ ਹੋ? ਕੋਈ ਬਸਪਾ ਦੇ ਕੇਡਰ ਨੂੰ ਜਾਂ ਸੋਹਣ ਸਿੰਘ ਠੰਡਲ ਦੀਆਂ ਵੋਟਾਂ ਨੂੰ ਕੋਈ ਖੋਰਾ ਲੱਗੇਗਾ ਇਸ ਨਾਲ? ਦੇਖੋ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੀ ਸੀ, ਉਸ ਤੋਂ ਬਾਅਦ ਰਛਪਾਲ ਰਾਜੂ ਰਿਹਾ। ਅੱਜ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪ੍ਰਧਾਨ ਆ ਜਸਵੀਰ ਸਿੰਘ ਗੜੀ ਆ, ਔਰ ਜਿਹੜੀ ਭੈਣ ਕੁਮਾਰੀ ਮਾਇਆਵਤੀ ਆ, ਉਹਨਾਂ ਨੇ ਸਾਰੀਆਂ ਪਾਵਰਾਂ ਇਹਨਾਂ ਨੂੰ ਦਿੱਤੀਆਂ। ਔਰ ਰਾਜੂ ਨੇ ਉਹਨਾਂ ਦੀ ਮੁਖਾਲਫਤ ਕੀਤੀ ਆ ਅਤੇ ਰਾਜੂ ਨੂੰ ਪਾਰਟੀ 'ਚੋਂ 2-3 ਮਹੀਨੇ ਹੋ ਗਏ ਬਾਹਰ ਕੱਢ ਦਿੱਤਾ ਗਿਆ। ਮੈਂ ਨਹੀਂ ਸਮਝਦਾ ਕਿ ਅੱਜ ਬਹੁਜਨ ਸਮਾਜ ਪਾਰਟੀ ਦੀ ਵੋਟ ਦੇ ਉੱਪਰ ਰਾਜੂ ਦਾ ਕੋਈ ਅਸਰ ਆ, ਕਿਉਂਕਿ ਉਹ ਜਿਸ ਪਾਰਟੀ 'ਚੋਂ ਇਲੈਕਸ਼ਨ ਲੜ ਰਿਹਾ ਉਹ ਆ ਚੜੂੰਦੀ ਜਿਹੜਾ ਆ ਉਹ ਰਹਿਣ ਵਾਲਾ ਹਰਿਆਣੇ ਦਾ, ਇੱਕ ਹਰਿਆਣੇ ਦੇ ਲੀਡਰ ਦੇ ਨਾਲ ਰਲ ਕੇ ਉਹ ਇਲੈਕਸ਼ਨ ਲੜ ਰਿਹਾ, ਅਤੇ ਉਹਦਾ ਲੀਡਰ ਨੂੰ ਜਾਂ ਕੌਣ ਇੱਥੇ ਲੱਭੂਗਾ? ਚੱਬੇਵਾਲ ਹਲਕੇ ਵਿੱਚ ਤਾਂ ਰਾਜੂ ਦੀ ਆਪਣੀ ਵੋਟ ਹੈ ਨਹੀਂ, ਨਾ ਚੜੂੰਨੀ ਦੀ ਵੋਟ ਆ। ਸੋ ਇਸ ਕਰਕੇ ਮੈਂ ਸਮਝਦਾ ਕਿ ਬੰਦੇ ਜਿਹੜੇ ਸਾਰੇ ਹੀ ਆ, ਗੱਲ ਮੁੱਦਾ ਸਿਰਫ ਉਹੀ ਆ ਕਿ ਦੋ ਤਾਕਤਾਂ ਇਕੱਠੀਆਂ ਹੋਈਆਂ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ। ਉਹਨਾਂ ਨੂੰ ਰੋਕਣ ਵਾਸਤੇ ਸਾਰੀਆਂ ਜਿਹੜੀਆਂ ਪਾਰਟੀਆਂ ਆਪੋ ਆਪਣੀ ਜ਼ੋਰ ਅਜ਼ਮਾਈ ਕਰ ਰਹੀਆਂ, ਕੋਈ ਇੱਧਰੋਂ ਪਾਰਟੀ ਬਣਾ ਰਿਹਾ, ਕੋਈ ਇੱਧਰੋਂ ਕੈਂਡੀਡੇਟ ਦੇ ਰਿਹਾ। ਪਰ ਇਹ ਹੁਣ ਗੱਲਾਂ ਜਿਹੜੀਆਂ ਆ ਉਹ ਹੁਣ ਦੂਰ ਦੀ ਕੌਡੀ ਹੋ ਗਈ। ਹੁਣ ਸਾਡੀ ਜਿਹੜੀ ਵੱਧ ਰਹੀ ਤਾਕਤ ਆ ਉਹਨੂੰ ਮੇਰੇ ਖਿਆਲ ਕੋਈ ਇਹ ਨਹੀਂ ਰੋਕ ਸਕਦੇ। ਹਲਕਾ ਚੱਬੇਵਾਲ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਸੜਕਾਂ ਦਾ। ਕਿਸ ਤਰ੍ਹਾਂ ਤੁਸੀਂ ਵੀ ਅਕਸਰ ਇਹਨਾਂ ਰਾਹਾਂ ਤੋਂ ਆਉਂਦੇ ਜਾਂਦੇ ਹੋ, ਗੱਡੀਆਂ ਦੀ ਟੁੱਟ ਭੱਜ ਹੁੰਦੀ ਹੈ, ਹਾਦਸੇ ਵੀ ਬੀਤੇ ਦਿਨਾਂ ਦੇ ਕਈ ਤਰ੍ਹਾਂ ਦੇ ਵਾਪਰੇ ਨੇ। ਇੱਕ ਪਾਸੇ ਵਿਧਾਇਕ ਸਾਹਿਬ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਡਾਕਟਰ ਰਾਜਕੁਮਾਰ ਵੱਲੋਂ ਕਿ ਹਲਕਾ ਚੱਬੇਵਾਲ ਨੂੰ ਤਾਂ ਮੈਂ ਚੰਡੀਗੜ੍ਹ ਵਰਗਾ ਬਣਾ ਦਿੱਤਾ। ਦੇਖੋ, ਕਹਿਣਾ ਕੋਈ ਮਾੜੀ ਗੱਲ ਨਹੀਂ, ਉਹ ਚੰਡੀਗੜ੍ਹ ਦੇ ਥਾਂ ਨੂੰ ਬੰਬੇ ਵਰਗਾ ਵੀ ਕਹਿ ਸਕਦਾ, ਪਰ ਜਿਹੜੀਆਂ ਸੜਕਾਂ ਨੂੰ ਤੁਸੀਂ ਵੀ ਲੰਘ ਕੇ ਆਏ ਆ, ਇਹ ਸਾਡੇ ਇਲਾਕੇ ਨੂੰ ਮੈਂ ਕਹਿੰਦਾ ਸਾਡੇ ਤੋਂ ਬਦਲਾ ਲਿਆ, ਇਸ ਇਲਾਕੇ ਤੋਂ ਇਸ ਕਰਕੇ ਲਿਆ ਕਿ ਸੋਹਣ ਸਿੰਘ ਠੰਡਲ ਇੱਧਰਲੇ ਪਾਸੇ ਰਹਿੰਦਾ। ਇਹ ਨਹਿਰ ਉਹੀ ਨਹਿਰ ਹੈ ਜਿੱਥੇ 65 ਕਰੋੜ ਰੁਪਇਆ ਖਰਚ ਹੋਇਆ ਸੀ, 3 ਸਾਲ ਤੋਂ ਉਹਦੀ ਰਿਪੇਅਰ ਡੀਰੂ ਆ। ਦੱਸੇ MLA ਕਿ ਨੇ ਉੱਥੇ ਕੋਈ 5 ਰੁਪਏ ਦੀ ਮਿੱਟੀ ਵੀ ਪਵਾਈ ਹੈ। ਹੁਣ ਵੀ ਜਿਹੜਾ 11 ਕਰੋੜ ਰੁਪਈਆ ਆ, ਇਹ MP ਨੂੰ ਮੈਂ ਜਾ ਕੇ ਮਿਲ ਕੇ ਦਿੱਲੀ ਤੋਂ ਲੈ ਕੇ ਆਇਆ, ਉਹਦੇ ਨਾਲ ਕੰਮ ਸ਼ੁਰੂ ਹੋਇਆ। ਟਾਈਮ ਸਿਰ ਕੰਮ ਸ਼ੁਰੂ ਨਹੀਂ ਕੀਤਾ, ਨਹੀਂ ਤਾਂ ਸੜਕ ਬਣ ਸਕਦੀ ਸੀ। 3-4 ਮਹੀਨੇ ਦੇ ਪੈਸੇ ਆਏ ਪਏ ਸੀਗੇ, ਇਹਨਾਂ ਨੇ ਕੰਮ ਟਾਈਮ ਸਿਰ ਸ਼ੁਰੂ ਨਹੀਂ ਕੀਤਾ। ਅੱਜ
ਇਦਾਂ ਦਾ ਹਾਲ ਹੋਇਆ ਆ ਕਿ ਪਹਿਲਾਂ ਲੋਕ ਮਿੱਟੀ ਨਾਲ ਘੱਟੇ ਨਾਲ ਲੋਕਾਂ ਦੇ ਸਿਰ ਭਰਦੇ ਸੀ। ਅੱਜ ਗਾਰਾ ਆ, ਲੋਕ ਤਿਲਕਦੇ ਆ, ਕੋਈ ਕਿਸੇ ਪਾਸੇ ਰਸਤਾ ਨਹੀਂ, ਨਾ ਅਸੀਂ ਆਦਮਪੁਰ ਵੱਲ ਨੂੰ ਜਾ ਸਕਦੇ ਆ, ਨਾ ਕੋਟ ਵੱਲ ਨੂੰ ਜਾ ਸਕਦੇ ਆ। ਬਾਕੀ ਪੰਜਾਬ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਲਿੰਕ ਸੜਕਾਂ ਆ, ਇੱਕ ਸੜਕ ਵੀ ਗੋ ਥਰੂ ਹੈ ਨਹੀਂ ਜਿਹੜੀ ਅਸੀਂ ਕਹਿ ਸਕੀਏ ਕਿ ਇਹ ਸੜਕੇ ਪੈ ਕੇ ਅਸੀਂ ਉੱਥੇ ਜਾ ਸਕਦੇ ਹਾਂ। ਇਹ ਵਿਕਾਸ ਭਾਈ ਹਲਕਾ ਚੱਬੇਵਾਲ ਦਾ ਨਹੀਂ ਹੋਇਆ, ਵਿਕਾਸ ਤਾਂ ਹੋਇਆ ਹੋਊਗਾ ਕਿ MLA ਸਾਹਿਬ ਦਾ, ਜਿਹਨੇ ਆਪਣੇ ਚੇਹਤਿਆਂ ਰਾਹੀਂ ਪਤਾ ਨਹੀਂ ਜੇ ਪਿੰਡਾਂ ਵਿੱਚ ਰੇਤਾ ਵੀ ਦੇਣਾ ਸੀ ਉਹ ਵੀ ਡਾਕਟਰ ਸਾਹਿਬ ਦੇ ਬੰਦੇ, ਜੇ ਬਲੌਕ ਖਰੀਦਣੇ ਉਹ ਵੀ ਡਾਕਟਰ ਸਾਹਿਬ ਦੇ ਬੰਦੇ, ਸੀਮੈਂਟ ਲੈਣਾ ਉਹ ਵੀ ਉਹਦੇ ਬੰਦੇ। ਇਹ ਤਾਂ ਮੈਨੂੰ ਲੱਗਦਾ ਹੈ ਕਿ ਸਾਰਾ ਕੰਮ ਹੀ ਪੰਚਾਇਤਾਂ ਦੀਆਂ ਪਾਵਰਾਂ ਮਨਸੂਖ ਕਰਤੀਆਂ, ਆਪਣੀ ਮਨਮਰਜ਼ੀ ਨਾਲ ਧੱਕੇ ਨਾਲ ਕੰਮ ਕੀਤੇ ਆ। ਜਿਹੜਾ ਸਰਪੰਚਾਂ ਸਹਿਮਤੀ ਠੀਕ ਹੋ, ਜਿਹੜਾ ਨਹੀਂ ਸੀ ਉਹਨਾਂ ਨੂੰ ਕਿਸੇ ਨੂੰ ਸਸਪੈਂਡ ਕਰਾਤਾ, ਕਿਤੇ ਹੋਰ ਪ੍ਰਬੰਧਕ ਲਾਤਾ। ਸੋ ਉਸ ਕਰਕੇ ਬੜਾ ਪਾਵਰ ਦੀ ਮਿਸਯੂਜ਼ ਕੀਤੀ ਆ, ਡੈਮੋਕ੍ਰੇਸੀ ਦਾ ਘਾਣ ਕਰ ਦਿੱਤਾ 5 ਸਾਲ ਦੇ ਵਿੱਚ ਸਾਡੇ ਮੌਜੂਦਾ ਵਿਧਾਇਕ ਨੇ। ਜਿਵੇਂ ਪੰਚਾਇਤਾਂ ਦੇ ਇਲੈਕਸ਼ਨਾਂ ਵਿੱਚ ਦਖਲਅੰਦਾਜ਼ੀ ਹੋਈ ਆ, ਸੰਮਤੀਆਂ ਵਿੱਚ ਹੋਈ ਆ, ਉਹਦੇ ਬਾਅਦ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤੇ। ਹਰ ਇੱਕ ਗੱਲ ਜਿਹੜੀ ਆ ਅੱਜ ਵੀ ਠੱਗੀ ਠੋਰੀ ਬਾਰੀ ਜਾ ਰਹੀ ਆ। ਅੱਜ ਵੀ ਪਿੰਡਾਂ ਦੇ ਵਿੱਚ ਫਾਰਮ ਭਰਾਏ ਜਾ ਰਹੇ ਆ ਜੀ ਤੁਹਾਨੂੰ ਮਕਾਨਾਂ ਦੇ ਪੈਸੇ ਦੇਣੇ ਆ, ਛੱਤਾਂ ਦੇ ਦੇਣੇ ਆ। ਮੈਨੂੰ ਪਤਾ ਹਾਲੇ ਕੋਰਟ ਲੱਗਾ ਆ ਅਤੇ ਵਿਧਾਇਕ ਸਾਹਿਬ ਅੱਜ ਵੀ ਜਿਹੜੀ ਚਿੱਠੀਆਂ ਵੰਡ ਰਹੇ ਪਿੰਡਾਂ ਦੇ ਵਿੱਚ। ਮੈਂ ਉਨੀ ਘੱਟ ਰਾਜਨੀਤੀ ਕਰਦਾ ਨਹੀਂ ਤਾਂ ਮੈਂ ਜਦੋਂ ਮਰਜ਼ੀ ਇਸ ਗੱਲ ਨੰਗਿਆਂ ਕਰ ਸਕਦਾ ਕਿ ਅੱਜ ਵੀ ਉਹ ਚਿੱਠੀਆਂ ਮਕਾਨਾਂ ਦੀ ਛੱਤਾਂ ਕਿਸੇ ਨੂੰ 10,000 15,000 ਸਰਪੰਚਾਂ ਰਾਹੀਂ ਦੇ ਰਹੇ ਆ, ਜਿਹੜੀ ਕਿ ਗੈਰ ਕਾਨੂੰਨੀ ਆ। ਔਰ ਮੈਂ ਬੇਨਤੀ ਤੁਹਾਡੇ ਰਾਹੀਂ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਹ MLA ਸਾਹਿਬ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੇ ਤੇਰੀ ਇਹ ਬੁਖਲਾਹਟ ਦੀ ਨਿਸ਼ਾਨੀ ਆ ਜੋ ਕੁਛ ਅੱਜ ਕਰ ਰਹੇ ਆ। ਜੇ ਕੰਮ 5 ਸਾਲ ਕੀਤਾ ਹੁੰਦਾ ਫਿਰ ਇਲੈਕਸ਼ਨ ਕੋਡ ਲੱਗੇ ਅਤੇ ਚਿੱਠੀਆਂ ਵੰਡਣ ਦੀ ਲੋੜ ਨਹੀਂ ਸੀ। ਫਿਰ ਜ਼ਬਰਦਸਤੀ ਰਾਤ ਨੂੰ ਲੋਕਾਂ ਦੇ ਘਰਾਂ ਪਰ ਝੰਡੇ ਲਾਉਣ ਦੀ ਲੋੜ ਨਹੀਂ ਸੀ। ਜੇ ਤੁਸੀਂ ਲੋਕਾਂ ਦਾ ਕੋਈ ਸਾਰਿਆ ਹੁੰਦਾ ਫਿਰ ਲੋਕ ਤਾਂ ਆਪੇ ਕਹਿੰਦੇ ਭਾਈ ਆ ਤੂੰ 5 ਸਾਲ ਵਧੀਆ ਕੰਮ ਕੀਤਾ ਅਤੇ ਆ ਜਾ ਤੈਨੂੰ ਦੁਬਾਰਾ ਵੋਟਾਂ ਪਾ ਜੇ। ਹੁਣ ਜੋ ਕੁਛ ਪਿੰਡਾਂ ਦੇ ਵਿੱਚ ਫੇਸ ਕਰਨਾ ਪੈ ਰਿਹਾ, ਜੋ ਪਰੋਸਿਆ 5 ਸਾਲ ਉਹ ਹੁਣ ਲੋਕ ਉਹਦਾ ਜਵਾਬ ਦੇਣ ਲਈ ਤਿਆਰ ਵਾ। ਸੋ ਮੈਂ ਸਮਝਦਾ ਸਾਡਾ 5 ਸਾਲ ਲਈ ਇਹ ਹਲਕਾ ਚੱਬੇਵਾਲ ਬਹੁਤ ਪਿੱਛੇ ਚਲੇ ਗਿਆ। ਪਰਮਾਤਮਾ ਕਰੇ ਮੁੜ ਕੇ ਆਪਣੀ ਸਰਕਾਰ ਬਣੇ, ਇਹਨੂੰ ਫਿਰ ਕੇ ਲੀਹਾਂ ਦੇ ਉੱਪਰ ਲੈ ਕੇ ਆਵਾਂਗੇ। ਆਖਰੀ ਸਵਾਲ ਹੈ ਠੰਡਲ ਸਾਹਿਬ, ਬਿਕਰਮ ਸਿੰਘ ਮਜੀਠੀਆ ਦੀ ਕੱਲ੍ਹ ਜ਼ਮਾਨਤ ਹਾਈ ਕੋਰਟ ਵੱਲੋਂ ਦੁਬਾਰਾ ਇੱਕ ਵਾਰ ਫਿਰ ਰੱਦ ਕਰ ਦਿੱਤੀ ਗਈ ਹੈ। ਲੱਗਦਾ ਨਹੀਂ ਕਿ ਅਕਾਲੀ ਦਲ ਦੀਆਂ ਜਿਹੜੀਆਂ ਮੁਸ਼ਕਿਲਾਂ ਹੈ ਉਹ ਇੱਕ ਪਾਸੇ ਤਾਂ ਚੋਣਾਂ ਸਿਰ 'ਤੇ ਨੇ, ਦੂਜੇ ਪਾਸੇ ਇਸ ਤਰ੍ਹਾਂ ਦੇ ਜਿਹੜੇ ਵਰਤਾਰੇ ਵਾਪਰ ਰਹੇ ਨੇ ਅਕਾਲੀ ਦਲ ਲਈ ਮੁਸੀਬਤਾਂ ਜਿਹੜੀਆਂ ਨਵੀਆਂ ਮੁਸੀਬਤਾਂ ਵੱਧ ਰਹੀਆਂ ਨੇ। ਕੋਈ ਗੱਲ ਨਹੀਂ, ਇਹ ਮੁਸੀਬਤਾਂ ਜਿਹੜੀਆਂ ਪਾਰਟੀਆਂ ਦੇ ਪਹਿਲਾਂ ਵੀ ਸਾਡੇ 'ਤੇ ਪੈਂਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਸੰਘਰਸ਼ ਲੜੇ ਆ, ਬੜੀਆਂ ਲੜਾਈਆਂ ਲੜੀਆਂ। ਇਹ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਵੀ, ਮੇਰੇ 'ਤੇ ਵੀ ਪਰਚਾ ਦਿੱਤਾ ਸੀ, ਮੈਂ ਬਰੀ ਹੋ ਕੇ ਨਿਕਲਿਆ। ਔਰ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰ 'ਤੇ ਪਰਚੇ ਦਿੱਤੇ ਸੀ, ਬਿਲਕੁਲ ਬਰੀ ਹੋ ਕੇ ਨਿਕਲੇ, ਕੋਈ ਗੱਲ ਨਹੀਂ ਹੋਈ। ਸੋ ਇਸ ਕਰਕੇ ਇਹ ਸਾਨੂੰ ਅਦਾਲਤ 'ਤੇ ਪੂਰਾ ਭਰੋਸਾ ਯਕੀਨ ਵਾ, ਅਦਾਲਤ ਜੋ ਕਰੂਗੀ ਠੀਕ ਕਰੂਗੀ। ਔਰ ਕਾਨੂੰਨ ਲੜਾਈ ਆ ਔਰ ਅਸੀਂ ਉਹਦੇ ਵਿੱਚ ਬਿਕਰਮ ਸਿੰਘ ਆਪਣਾ ਪੂਰਾ ਸਾਥ ਵੀ ਦੇ ਰਹੇ ਆ, ਸਾਥ ਗਾਹਾਂ ਵੀ ਦੇਣਗੇ, ਲੜਾਈ ਲੜਾਂਗੇ। ਜੋ ਕੋਰਟ ਦਾ ਜੋ ਅਸੀਂ ਇਨਸਾਫ ਚਾਹੁੰਦੇ ਆ, ਇਨਸਾਫ ਹੋਵੇ। ਪਰ ਮੈਂ ਇੱਥੇ ਇੱਕ ਜ਼ਰੂਰ ਮੰਗ ਕਰਦਾ, ਜਿਹੜੀਆਂ ਕੱਲ੍ਹ ਪਰਸੋਂ ਦੀ ਚਟੋਪਾਧਿਆ ਦੀ ਹੋਰ ਜਿਹੜੇ ਨਸ਼ੇ ਦੇ ਸੁਦਾਗਰਾਂ ਨਾਲ ਫੋਟੋਆਂ ਆ ਰਹੀਆਂ ਜਿਹਨਾਂ ਦਾ ਸਾਰਾ ਕਾਰੋਬਾਰ ਚੱਲ ਰਿਹਾ, ਅਤੇ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ। ਨੰਬਰ 2 ਕਿ ਜਿਹੜਾ ਸਾਡੀ ਸਰਕਾਰ ਤੋਂ ਬਾਅਦ 17 ਤੋਂ ਬਾਅਦ ਪੰਜਾਬ ਨਸ਼ਾ ਘਟ ਗਿਆ। ਹੁਣ ਨਸ਼ਾ ਕੌਣ ਵੇਚ ਰਿਹਾ? ਹੁਣ ਕੋਈ ਬਿਕਰਮ ਦੇ ਖਿਲਾਫ ਤਾਂ ਜੋ ਮੇਰੀ ਇਨਫੋਰਮੇਸ਼ਨ ਆ ਕੋਈ FIR ਨਹੀਂ, ਕੋਈ ਕਿਸੇ ਦੀ ਗੱਲ ਨਹੀਂ। ਇਹਦੇ ਜਿਹੜੇ ਨਾਲ ਜਿਸ ਕੇਸ ਵਿੱਚ ਉਹਨੂੰ ਜਿੱਥੇ ਪਰਚਾ ਹੋਇਆ ਉਹ ਬੰਦੇ ਬਰੀ ਹੋ ਚੁੱਕੇ ਆ, ਜਾਂ ਉਹਨਾਂ ਦੇ ਕੇਸ ਜਿਹੜੇ ਆ ਬੰਦ ਹੋ ਗਏ, ਜਾਂ ਹਾਈ ਕੋਰਟ ਵਿੱਚ ਉਹ ਜਿਹੜੇ ਆ ਸ਼ੀਲਡ ਵਿੱਚ ਪਏ ਆ, ਬੰਦ ਪਏ ਆ। ਅਤੇ ਇਸ ਕਰਕੇ ਬਹੁਤ ਸਾਰੀ ਗੱਲਾਂ ਹੈਗੀਆਂ। ਕੋਈ ਗੱਲ ਨਹੀਂ, ਸਰਕਾਰਾਂ ਦੇ ਕਈ ਗੱਲਾਂ ਪ੍ਰੈਸ਼ਰ ਹੋਣੀਆਂ ਅਤੇ ਅਦਾਲਤ ਦੇਖੂਗੀ ਜੋ ਵੀ। ਹਾਲੇ ਤੱਕ ਕੇਸ ਜਾਊਗਾ ਨਾ ਕੀ ਆ, ਜਿਹੜੇ ਕੋਰਟ ਵਿੱਚ ਗਿਆ ਫਿਰ ਗੱਲਾਂ ਸਾਹਮਣੇ ਆਉਣਗੀਆਂ। ਜਿਹੜੀ ਵੀ ਗੱਲ ਹੋਈ ਅਸੀਂ ਪੂਰੇ ਕੋਰਟ ਦਾ ਵੈਲਕਮ ਕਰਾਂਗੇ, ਜੋ ਵੀ ਫੈਸਲਾ ਕਰੇ ਸ਼੍ਰੋਮਣੀ ਅਕਾਲੀ ਦਲ ਉਹਨੂੰ ਸਿਰ ਮੱਥੇ ਨਿਭਾਊਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ। ਵਿਰੋਧੀਆਂ ਤੇ ਰੱਜ ਕੇ ਨਿਸ਼ਾਨੇ ਵਿੰਨੇ ਗਏ ਨੇ ਔਰ ਇੱਕ ਵੱਡਾ ਬਿਆਨ ਹੈ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਹੈ ਕਿ ਕਾਂਗਰਸ ਦੇ ਰਾਜ 'ਚ ਹਲਕਾ ਚੱਬੇਵਾਲ ਦਾ ਵਿਕਾਸ ਘੱਟ, ਵਿਧਾਇਕ ਅਤੇ ਉਸ ਦੇ ਕਰੀਬੀਆਂ ਦਾ ਵਿਕਾਸ ਹੈ ਜਿਹੜਾ ਜ਼ਿਆਦਾ ਹੋਇਆ ਹੈ। ਕੈਮਰਾ ਪਰਸਨ ਨਵਨੀਤ ਸਿੰਘ ਚੀਮਾ ਦੇ ਨਾਲ ਚੇਤਨ ਕਸ਼ਪ, ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ।